ਵੈਲਕਮ 6th ਕਲਾਸ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ। ਬੇਟੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਚੈਪਟਰ ਨੰਬਰ 11 ਅਨੁਪਾਤ ਅਤੇ ਸਮਾਨ ਅਨੁਪਾਤ ਰੇਸ਼ੋ ਐਂਡ ਪ੍ਰਪੋਰਸ਼ਨ ਨੂੰ ਸਟਾਰਟ ਕਰ ਰਹੇ ਹਾਂ। ਬੇਟਾ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਹੁਤ ਧਿਆਨ ਨਾਲ ਦੇਖਣਾ ਤੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਹਾਂਜੀ ਬੇਟਾ, ਅਨੁਪਾਤ ਕੀ ਹੁੰਦਾ? ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ। ਸਮਾਨ ਅਨੁਪਾਤ ਬਾਅਦ ਵਿੱਚ ਆਏਗਾ, ਪਹਿਲਾਂ ਆਪਾਂ ਸਮਝਾਂਗੇ ਰੇਸ਼ੋ ਕੀ ਹੈ, ਅਨੁਪਾਤ ਕੀ ਹੈ। ਠੀਕ ਹੈ ਜੀ। ਹਾਂਜੀ ਦੇਖੋ, ਪਹਿਲਾਂ ਪੰਜਾਬੀ ਵਿੱਚ ਜੇ ਇੱਕ ਪ੍ਰੀਖਿਆ ਹੋਈ ਹੈ ਉਹਦੇ ਵਿੱਚ ਪਾਰਸ ਨੇ 84 ਅੰਕ ਪ੍ਰਾਪਤ ਕੀਤੇ ਨੇ, ਚਰਨ ਨੇ 70 ਅੰਕ ਪ੍ਰਾਪਤ ਕੀਤੇ ਨੇ। ਆਪਾਂ ਇਹਨਾਂ ਦੀ ਤੁਲਨਾ ਕਰਨਾ ਚਾਹੁੰਦੇ ਹਾਂ। ਕੀ ਕਰਨਾ ਚਾਹੁੰਦੇ ਹਾਂ? ਤੁਲਨਾ। ਤਾਂ ਕਿਸ ਕਿਸ ਢੰਗ ਨਾਲ ਕਰ ਸਕਦੇ ਹਾਂ? ਦੇਖੋ, ਇੱਕ ਤਾਂ ਆਪਾਂ ਇਹਨਾਂ ਦੇ ਨੰਬਰ ਮਾਈਨਸ ਕਰਕੇ ਦੇਖ ਸਕਦੇ ਹਾਂ। ਉਹਨਾਂ ਦੇ ਵਿੱਚ 84 - 70 14 ਨੰਬਰਾਂ ਦਾ ਫਰਕ ਹੈ, ਤਾਂ ਆਪਾਂ ਕਹਿ ਦਾਂਗੇ ਜੀ ਪਾਰਸ ਨੇ 14 ਨੰਬਰ ਵੱਧ ਪ੍ਰਾਪਤ ਕੀਤੇ ਨੇ। ਠੀਕ ਹੈ। ਇਸ ਤਰ੍ਹਾਂ ਦੀ ਤੁਲਨਾ ਨੂੰ ਅੰਤਰ ਨਾਲ ਤੁਲਨਾ ਕਰਨਾ ਕਹਿੰਦੇ ਆ। ਭਾਗ ਨਾਲ ਤੁਲਨਾ, ਜੇ ਆਪਾਂ ਦੋਨਾਂ ਦੇ ਨੰਬਰਾਂ ਨੂੰ ਓਵਰਾਂ 'ਚ ਬਟਿਆਂ 'ਚ ਰੱਖ ਦਾਂਗੇ 84/70, ਤਾਂ ਇਹਨਾਂ ਨੂੰ ਕਟਾ ਲਾਂਗੇ। ਦੇਖੋ 84/70 2 ਦੇ ਪਹਾੜੇ 'ਤੇ ਕਟਾਓ ਪਹਿਲਾਂ। ਹੁਣ ਇਹ 7 ਦੇ ਪਹਾੜੇ 'ਤੇ ਕੱਟ ਜਾਣਗੇ। 7 × 6 = 42, 7 × 5 = 35। ਤਾਂ 6/5 ਗੁਣਾ ਹੈ। ਜਿਹੜੇ ਪਾਰਸ ਦੇ ਅੰਕ ਨੇ ਉਹ ਚਰਨ ਦੇ ਅੰਕਾਂ ਦਾ 6/5 ਗੁਣਾ ਹੈ। ਠੀਕ ਹੈ। ਤਾਂ ਇਸੇ ਗੱਲ ਨੂੰ ਆਪਾਂ ਇੰਗਲਿਸ਼ ਵਿੱਚ ਦੇਖਦੇ ਹਾਂ। ਦੇਖੋ ਸੇਮ ਗੱਲਾਂ ਲਿਖੀਆਂ ਹੋਈਆਂ ਨੇ। ਪਾਰਸ ਗੋਟ 84 ਮਾਰਕਸ ਐਂਡ ਚਰਨ ਗੋਟ 70 ਮਾਰਕਸ। ਤਾਂ ਜਨਰਲੀ ਵਿਦ ਦਾ ਪਰਫੋਰਮੈਂਸ ਕੈਨ ਬੀ ਕੰਪੇਅਰਡ ਇਨ 2 ਵੇਜ਼। ਦੋ ਤਰ੍ਹਾਂ ਨਾਲ ਆਪਾਂ ਤੁਲਨਾ ਕਰਨੀ ਹੈ। ਕੰਪੈਰੀਜ਼ਨ ਬਾਈ ਡਿਫਰੈਂਸ ਘਟਾਓ ਕਰਕੇ, ਸਬਟਰੈਕਸ਼ਨ ਕਰਕੇ, ਕੰਪੈਰੀਜ਼ਨ ਬਾਈ ਡਿਵੀਜ਼ਨ ਇਹਨਾਂ ਨੂੰ ਡਿਵਾਈਡ ਕਰਕੇ। ਠੀਕ ਹੈ। ਡਿਵਾਈਡ ਆਪਾਂ ਕੀਤਾ ਪਾਰਸ ਮਾਰਕਸ ਓਵਰ ਚਰਨਸ ਮਾਰਕਸ। ਠੀਕ ਹੈ ਜੀ। ਅਤੇ ਉਹਨਾਂ ਨੂੰ ਡਿਵਾਈਡ ਕਰਕੇ ਆਪਣਾ ਆ ਗਿਆ 6/6/5। ਤਾਂ ਆਪਾਂ ਕਹਾਂਗੇ ਪਾਰਸ ਮਾਰਕਸ ਆਰ 6/5 ਟਾਈਮਸ ਮਾਰਕਸ ਆਫ ਚਰਨ। ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਆਪਾਂ ਦੋ ਚੀਜ਼ਾਂ ਦੀ ਤੁਲਨਾ ਕਰ ਕਿਵੇਂ ਸਕਦੇ ਹਾਂ। ਇੱਕ ਤਾਂ ਡਿਫਰੈਂਸ ਨਾਲ, ਇੱਕ ਆਪਾਂ ਉਹਨਾਂ ਦੀ ਡਿਵੀਜ਼ਨ ਨਾਲ। ਹੁਣ ਨੈਕਸਟ ਦੇਖੋ ਬੇਟਾ, ਜਦੋਂ ਆਪਾਂ ਇਸ ਤਰ੍ਹਾਂ ਦੀ ਤੁਲਨਾ ਕੀਤੀ ਤਾਂ ਉਹਨੂੰ ਕੀ ਕਿਹਾ? ਭਾਗ ਨਾਲ ਤੁਲਨਾ ਕਰਨਾ। ਜਾਂ ਇਹ ਦੇਖਣਾ, ਜਦੋਂ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇੱਕ ਰਾਸ਼ੀ ਦੂਜੀ ਰਾਸ਼ੀ ਨਾਲੋਂ ਕਿੰਨੀ ਵੱਧ ਜਾਂ ਕਿੰਨੀ ਘੱਟ ਹੈ, ਤਾਂ ਅਸੀਂ ਉਹਨਾਂ ਦੀ ਅੰਤਰ ਨਾਲ ਤੁਲਨਾ ਕਰਦੇ ਹਾਂ। ਜਦੋਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇੱਕ ਰਾਸ਼ੀ ਦੂਜੀ ਰਾਸ਼ੀ ਦਾ ਕਿੰਨੇ ਗੁਣਾ ਵੱਧ ਜਾਂ ਘੱਟ ਹੈ, ਤਾਂ ਅਸੀਂ ਭਾਗ ਨਾਲ ਤੁਲਨਾ ਕਰਦੇ ਹਾਂ। ਜਦੋਂ ਦੋ ਰਾਸ਼ੀਆਂ ਜੋ ਕਿ ਇੱਕੋ ਜਿਹੀਆਂ ਹਨ ਦੀ ਤੁਲਨਾ ਭਾਗ ਨਾਲ ਕੀਤੀ ਜਾਂਦੀ ਹੈ, ਤਾਂ ਇਹਨਾਂ ਨੂੰ ਦੋਨਾਂ ਰਾਸ਼ੀਆਂ ਦਾ ਅਨੁਪਾਤ ਲਿਖਦੇ ਹਾਂ। ਦੇਖੋ ਮੇਨ ਡੈਫੀਨੇਸ਼ਨ ਆ ਗਈ ਨਾ ਆਪਣੀ ਉਰੇ। ਭਾਗ ਨਾਲ ਤੁਲਨਾ ਕਰਨ ਨੂੰ ਹੀ ਕੀ ਕਿਹਾ ਜਾਂਦਾ ਹੈ? ਅਨੁਪਾਤ। ਆਪਾਂ ਕੱਢਿਆ ਸੀ ਨਾ 6/5 ਆਂਸਰ ਕੱਢਿਆ ਸੀ, ਤਾਂ ਇਹਦਾ ਮਤਲਬ ਇਹਨਾਂ ਦਾ ਅਨੁਪਾਤ ਕਿੰਨਾ ਹੈ? 6/5। ਇਹ ਜਿਹੜੀਆਂ ਮੈਂ 2 ਬਿੰਦੀਆਂ ਲਗਾਈਆਂ ਨੇ ਇਹ ਅਨੁਪਾਤ ਦੀ ਨਿਸ਼ਾਨੀ ਹੈ। ਤਾਂ ਅਨੁਪਾਤ ਦੀ ਡੈਫੀਨੇਸ਼ਨ ਦੇਖੋ। ਅਨੁਪਾਤ ਇੱਕ ਅਜਿਹਾ ਸੰਬੰਧ ਹੈ ਜੋ ਪਹਿਲੀ ਰਾਸ਼ੀ ਦੂਜੀ ਰਾਸ਼ੀ ਦਾ ਕਿੰਨੇ ਗੁਣਾ ਹੈ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਜੇ ਹੁਣ ਆਪਾਂ ਲਿਖਦੇ ਹਾਂ ਬੇਟਾ A ਅਨੁਪਾਤ B, ਤਾਂ A ਨੂੰ ਆਪਾਂ ਕਹਿੰਦੇ ਹੁੰਦੇ ਹਾਂ ਪੂਰਵ ਪਦ, ਪਹਿਲਾ ਪਦ ਵੀ ਕਹਿ ਦਿੰਦੇ ਹਾਂ, ਅਤੇ B ਨੂੰ ਆਪਾਂ ਕਹਿੰਦੇ ਹੁੰਦੇ ਹਾਂ ਉੱਤਰ ਪਦ। ਠੀਕ ਹੈ ਜੀ। ਸਮਝ ਆ ਗਿਆ? ਇਹਦੇ ਨਾਮ ਯਾਦ ਰੱਖਿਓ। ਪੂਰਵ ਮਤਲਬ ਪਹਿਲਾ, ਉੱਤਰ ਮਤਲਬ ਬਾਅਦ ਵਾਲਾ। ਠੀਕ ਹੈ ਜੀ। ਇਹਨੂੰ ਇੰਗਲਿਸ਼ 'ਚ ਦੇਖਦੇ ਹਾਂ। The comparison by division is also known as ratio. Ratio is the relation used to describe the number of times a quantity is of the other. ਕਹਿੰਦੇ ਰੇਸ਼ੋ ਕੀ ਹੈ? ਸੰਬੰਧ ਦਰਸਾਉਂਦੀ ਹੈ ਕਿ ਇੱਕ ਨੰਬਰ, ਇੱਕ ਕੁਆਂਟਿਟੀ ਦੂਜੀ ਨਾਲੋਂ ਕਿੰਨੇ ਗੁਣਾ ਹੈ। ਦੱਸ ਦਾ ਨੰਬਰ ਦਾ ਰੇਸ਼ੋ ਆਫ 2 ਨੰਬਰਸ, ਜਿਹਨੂੰ ਆਪਾਂ A/B ਵੀ ਕਹਿ ਸਕਦੇ ਹਾਂ, A/B ਵੀ ਕਹਿ ਸਕਦੇ ਹਾਂ। ਦੇਖੋ A/B ਜਾਂ A/B, ਇਹ ਭਾਗ ਨਾਲ ਡਿਵਾਈਡ ਨਾਲ ਤੁਲਨਾ ਹੋ ਗਈ ਨਾ। ਅਤੇ ਰਿਪਰਜੈਂਟ ਕਿਵੇਂ ਕਰਨਾ ਇਹਨਾਂ ਨੂੰ? A ਫਿਰ ਰੇਸ਼ੋ ਦਾ ਸਾਈਨ ਪਾ ਕੇ B। ਤਾਂ ਇਹਨੂੰ ਆਪਾਂ ਕਹਿੰਦੇ ਹਾਂ AB ਨੂੰ ਟਰਮਸ ਆਫ ਦੀ ਰੇਸ਼ੋ। ਜਿਹੜੀ ਪਹਿਲੀ ਟਰਮ ਹੈ ਪੰਜਾਬੀ 'ਚ ਆਪਾਂ ਇਹਨੂੰ ਪੂਰਵ ਪਦ ਕਿਹਾ ਸੀ, ਇੰਗਲਿਸ਼ 'ਚ ਕਹਾਂਗੇ ਐਂਟੀਸੀਡੈਂਟ। ਅਤੇ ਸੈਕਿੰਡ ਟਰਮ ਜਿਹੜੀ B ਨੂੰ ਆਪਾਂ ਉੱਤਰ ਪਦ ਕਿਹਾ ਸੀ, ਉਹਨੂੰ ਕਹਾਂਗੇ ਕੰਸੀਕੁਐਂਟ। ਠੀਕ ਹੈ ਜੀ। ਨਾਮ ਯਾਦ ਰੱਖਣੇ ਨੇ। ਅੱਗੇ ਚੱਲਦੇ ਹਾਂ। ਆਪਣੇ ਕੋਲ ਸ਼ੁਰੂ ਹੋ ਰਹੀ ਹੈ ਤੁਹਾਡੀ ਐਕਸਰਸਾਈਜ਼ 11.1। ਹਾਂਜੀ ਦੇਖੋ ਇਹਦਾ ਪਹਿਲਾ ਕੁਐਸਚਨ। ਇੰਗਲਿਸ਼ ਦੇ ਵਿੱਚ ਵੀ ਸਟੇਟਮੈਂਟ ਦੇਖ ਲਓ।
ਸੋਲਵ ਆਪਾਂ ਇੱਕੋ ਵਾਰੀ ਕਰਾਂਗੇ, ਠੀਕ ਹੈ, ਦੁਬਾਰਾ ਨਹੀਂ ਕਰਾਂਗੇ। ਇੰਗਲਿਸ਼ ਪੰਜਾਬੀ 'ਚ ਸੇਮ ਹੀ ਸੋਲਵ ਕਰਨਾ ਆਪਾਂ ਨੇ, ਸਿਰਫ ਸਟੇਟਮੈਂਟ ਨੂੰ ਸਮਝ ਲਓ। ਐਕਸਪ੍ਰੈਸ ਦਾ ਫੋਲੋਇੰਗ ਰੇਸ਼ੋਜ਼ ਇਨ ਦਾ ਸਿੰਪਲੈਸਟ ਫੋਰਮ। ਹੇਠਾਂ ਦਿੱਤੇ ਅਨੁਪਾਤਾਂ ਨੂੰ ਸਰਲਤਮ ਰੂਪ ਵਿੱਚ ਬਦਲੋ। ਜਦੋਂ ਬੇਟਾ ਸਰਲਤਮ ਰੂਪ ਜਾਂ ਸਿੰਪਲੈਸਟ ਫੋਰਮ ਲਿਖਿਆ ਹੁੰਦਾ ਹੈ ਤਾਂ ਇਹਦਾ ਮਤਲਬ ਹੈ ਆਪਾਂ ਇਹਨਾਂ ਅਨੁਪਾਤਾਂ ਨੂੰ ਉਦੋਂ ਤੱਕ ਘਟਾਉਣਾ ਹੈ ਜਦ ਤੱਕ ਇਹ ਹੋਰ ਕਿਸੇ ਪਹਾੜੇ 'ਤੇ ਆਉਣਾ ਬੰਦ ਹੋ ਜਾਣ। ਸਭ ਤੋਂ ਸਰਲ ਰੂਪ ਦਾ ਮਤਲਬ ਇਹ ਕਹਿ ਲਓ ਕੋ ਪ੍ਰਾਈਮ ਰਹਿ ਜਾਣ, ਹੈ ਨਾ, ਇਹਨਾਂ ਦੇ ਵਿੱਚ ਕੋਈ ਵੀ ਕਾਮਨ ਨਾ ਰਹੇ, ਐਵੇਂ ਕਹਿ ਸਕਦੇ ਹਾਂ, ਠੀਕ ਹੈ। ਸਿੰਪਲੈਸਟ ਫੋਰਮ 'ਚ ਬਣਾਉਣਾ। ਤਾਂ ਪਹਿਲਾ ਕੁਐਸਚਨ ਹੈ ਬੇਟਾ 12:32, 12:32। ਤਾਂ ਇਹਨੂੰ ਹੁਣ ਬੇਟਾ ਤੁਸੀਂ ਘਟਾਉਣਾ ਹੈ ਤਾਂ ਇਹਨੂੰ ਓਵਰਾਂ 'ਚ ਰੱਖ ਕੇ ਵੀ ਘਟਾ ਸਕਦੇ ਹੋ ਅਤੇ ਐਦਾਂ ਜਿੱਦਾਂ ਲਿਖਿਆ ਹੋਇਆ ਉੱਦਾਂ ਵੀ ਘਟਾ ਸਕਦੇ ਹੋ। ਜਿਵੇਂ 12 ਜਿਹੜਾ ਹੈ 2 ਦੇ ਟੇਬਲ 'ਤੇ 6 'ਤੇ ਆਉਂਦਾ, 32 16 'ਤੇ ਆਉਂਦਾ, ਫਿਰ ਘਟਾ ਲਓ 6 2 'ਤੇ ਆਉਂਦਾ ਅਤੇ 16 8 'ਤੇ ਆਉਂਦਾ, ਠੀਕ ਹੈ। 2 ਦੇ ਪਹਾੜੇ 'ਤੇ ਹੀ ਤੁਸੀਂ ਬਟਿਆਂ 'ਚ ਰੱਖ ਕੇ ਆਨਸਰ ਕੱਢੋਗੇ ਤਾਂ ਵੀ ਇੰਨਾ ਹੀ ਆਏਗਾ। ਦੇਖੋ ਘਟਾਉਂਦੇ ਹਾਂ, 2 ਦੇ ਟੇਬਲ 'ਤੇ 12 ਕਿੱਥੇ ਆਉਂਦਾ ਜੀ 6 'ਤੇ, 32 ਕਿੱਥੇ ਆਉਂਦਾ 16 'ਤੇ 6 ਨੂੰ ਅੱਗੇ 2 ਦੇ ਟੇਬਲ 'ਤੇ ਘਟਾਓ ਕਿੰਨਾ ਆ ਜਾਊਗਾ 3, 16 ਨੂੰ ਘਟਾਓਗੇ ਕਿੰਨਾ ਆਨਸਰ ਆ ਜਾਊਗਾ 8। ਤਾਂ ਜਿਹੜੀ ਫਾਈਨਲ ਆਪਣੇ ਕੋਲ ਰੇਸ਼ੋ ਆਊਗੀ 3:8। ਸਮਝ ਆ ਗਿਆ ਬੇਟਾ ਕਿੱਦਾਂ ਆਪਾਂ ਇਹਨੂੰ ਸਰਲਤਮ ਰੂਪ ਦੇ ਵਿੱਚ ਚੇਂਜ ਕਰਨਾ ਹੈ। ਹੁਣ ਅਗਲੇ ਸਮ ਮੇਰੇ ਨਾਲ ਸੋਲਵ ਕਰਿਓ। ਅਗਲਾ ਹੈਗਾ 45:25, 45:25। ਇਹਨੂੰ ਓਵਰ 'ਚ ਲਿਖ ਲਓ ਬੇਟਾ। ਕਿਵੇਂ ਪਛਾਣਾਂਗੇ ਕਿਹੜੇ ਟੇਬਲ 'ਤੇ ਜਾ ਰਹੇ ਨੇ? ਦੋਨਾਂ ਦਾ ਜਿਹੜਾ ਯੂਨਿਟ ਡਿਜਿਟ ਹੈ ਉਹ 5 ਹੈ, ਠੀਕ ਹੈ। ਤਾਂ ਜਿਹਦੇ ਇਕਾਈ ਦੇ ਅੰਕ 'ਤੇ 5 ਹੁੰਦਾ ਉਹ 5 ਦੇ ਪਹਾੜੇ 'ਤੇ ਤਾਂ ਜਾਊਗਾ ਹੀ ਜਾਊਗਾ। 5 ਦੇ ਪਹਾੜੇ 'ਤੇ 45 ਕਿੰਨੇ 'ਤੇ ਆਊਗਾ ਜੀ 9 'ਤੇ, 25 ਕਿੰਨੇ 'ਤੇ ਆਊਗਾ 5 'ਤੇ। 5 5s are 25, 5 9s are 45। ਹੁਣ ਕੀ 9 ਅਤੇ 5 ਕਿਸੇ ਟੇਬਲ 'ਤੇ ਕੱਟਦੇ ਨੇ? ਨਹੀਂ ਜੀ, ਹੁਣ ਇਹ ਕਿਸੇ ਟੇਬਲ 'ਤੇ ਨਹੀਂ ਕੱਟਦੇ, ਇਸ ਕਰਕੇ ਆਪਣਾ ਆਨਸਰ ਕਿੰਨਾ ਆ ਜਾਊਗਾ 9:5, ਠੀਕ ਹੈ। ਸਮਝ ਆ ਗਿਆ। ਥਰਡ ਕੁਐਸਚਨ ਦੇਖੋ, ਇਹ ਹੈਗਾ 91:104, 91:104। ਇਹ ਸੈਕਿੰਡ ਸਮ ਸੀ ਤੁਹਾਡਾ, ਇਹ ਥਰਡ ਪਾਰਟ ਹੈ ਫਸਟ ਦਾ। ਹਾਂਜੀ, ਇਹਨੂੰ ਓਵਰਾਂ ਦੇ ਵਿੱਚ ਲਿਖੋ। ਤਾਂ ਹੁਣ ਥੋੜ੍ਹਾ ਜਿਹਾ ਦਿਮਾਗ 'ਤੇ ਬੋਝ ਪਾਓ ਵੀ 91 ਅਤੇ 104 ਇਹ ਕਿਹੜੇ ਟੇਬਲ 'ਤੇ ਆ ਸਕਦੇ ਨੇ? ਦੇਖੋ 2 'ਤੇ ਤਾਂ ਆਉਣੇ ਨਹੀਂ ਕਿਉਂਕਿ 91 ਦੇ ਪਿੱਛੇ ਹੈਗਾ 1 ਹੁੰਦਾ ਜੀ ਟਾਂਕ ਸੰਖਿਆ, ਠੀਕ ਹੈ। ਜਿਹਦੇ ਪਿੱਛੇ 1 ਹੈ ਉਹ ਕਿਹੜੀ ਸੰਖਿਆ ਹੁੰਦੀ ਹੈ? ਟਾਂਕ, ਯਾਨੀ ਕਿ ਔਡ ਨੰਬਰ। ਤਾਂ ਜਿਹੜਾ ਔਡ ਨੰਬਰ ਹੋਊਗਾ ਉਹਨੇ 2 ਦੇ ਟੇਬਲ 'ਤੇ ਤਾਂ ਜਾਣਾ ਨਹੀਂ, ਤਾਂ ਇਹਦਾ ਮਤਲਬ ਇਹ 2 ਦੇ ਟੇਬਲ 'ਤੇ ਨਹੀਂ ਜਾਂਦੇ। 3 ਦੇ ਟੇਬਲ ਦੇ ਲਈ ਆਪਾਂ ਕੀ ਸਿੱਖਿਆ ਹੋਇਆ? ਡਿਜਿਟਸ ਨੂੰ ਜੋੜੋ। ਇਹਦੇ ਤਾਂ 10 ਬਣ ਗਿਆ, ਓਵਰ ਵਾਲੇ ਦਾ ਜਿਹੜਾ 5 ਬਣ ਗਿਆ। ਦੋਨੋਂ ਜਿਹੜੇ ਜੋੜ ਨੇ ਉਹ 3 ਦੇ ਪਹਾੜੇ 'ਤੇ ਨਹੀਂ ਆਉਂਦੇ, 5 'ਤੇ ਵੀ ਨਹੀਂ ਇਹਨਾਂ ਨੇ ਆਉਣਾ। 7 'ਤੇ ਟਰਾਈ ਕਰ ਸਕਦੇ ਹਾਂ, ਠੀਕ ਹੈ। ਤਾਂ 7 'ਤੇ ਦੇਖਦੇ ਹਾਂ 104 ਆਉਂਦਾ, 91 ਤਾਂ ਆਉਂਦਾ ਕਿ 104 ਆਉਂਦਾ। 7 ਏਕਮ 7, 3 ਬਚਿਆ, ਉੱਪਰੋਂ ਉਤਾਰਿਆ 34। ਨਹੀਂ ਬੇਟਾ 134 ਵੀ ਇਹਦੇ ਟੇਬਲ 'ਤੇ ਨਹੀਂ ਆ ਰਿਹਾ, 104 ਸੌਰੀ, ਆਪਾਂ ਰਕਮ ਸਹੀ ਤਾਰੀ ਹੈ 91 ਅਤੇ 104। ਹਾਂਜੀ, ਕੀ ਸੁਝਿਆ ਫਿਰ ਆਪਾਂ ਨੂੰ? 91 ਅਤੇ 104 ਤਾਂ 7 ਦੇ ਪਹਾੜੇ 'ਤੇ ਵੀ ਨਹੀਂ ਆਏ। ਉਸ ਤੋਂ ਅੱਗੇ ਹੁਣ ਕਿਸ 'ਤੇ ਦੇਖੀਏ? 9 'ਤੇ 9 'ਤੇ ਤਾਂ 91 ਆਉਂਦਾ ਨਹੀਂ ਕਿਉਂਕਿ 9 ਦਾ ਹਾ ਤਾਂ 90 ਹੁੰਦਾ ਹੈ ਨਾ, 91 ਤਾਂ ਉਹਦੇ ਪਹਾੜੇ 'ਤੇ ਆਉਣਾ ਨਹੀਂ। 9 ਤੋਂ ਬਾਅਦ ਆਪਾਂ ਦੇਖੀਏ 11। ਆਪਾਂ ਟਾਂਕ ਕਿਉਂ ਦੇਖ ਰਹੇ ਹਾਂ? ਕਿਉਂਕਿ ਇੱਕ ਜਿਹੜੀ ਹੈ ਟਾਂਕ ਹੈ ਆਪਣੇ ਕੋਲ ਸੰਖਿਆ, ਇੱਕ ਜਿਸਤ ਹੈ। ਜਿਸਤ ਨੰਬਰਾਂ 'ਤੇ ਤਾਂ ਈਵਨ ਨੰਬਰਾਂ 'ਤੇ ਤਾਂ ਇਸਨੇ ਕੱਟਣਾ ਨਹੀਂ। 11 ਦੇ ਟੇਬਲ 'ਤੇ ਵੀ 91 ਨਹੀਂ ਆਉਂਦਾ। ਤਾਂ 13 ਦਾ ਟੇਬਲ ਪੜ੍ਹੋ, 13 7 91, 13 8 104। ਤਾਂ ਬੇਟਾ ਇਹ ਕਿਹੜੇ ਟੇਬਲ 'ਤੇ ਕੱਟ ਗਏ? 13 ਦੇ ਟੇਬਲ 'ਤੇ। ਆਪਣਾ ਆਨਸਰ ਆ ਜਾਊਗਾ 7:8, 7:8। ਠੀਕ ਹੈ ਬੇਟਾ, ਇਹ ਦੋਨੋਂ ਸਮ ਸਮਝ ਆ ਗਏ ਤੁਹਾਨੂੰ। ਹੁਣ ਆਪਾਂ ਇਸ ਤੋਂ ਨੈਕਸਟ ਸਮ ਕਰਦੇ ਹਾਂ। ਹਾਂਜੀ ਦੇਖੋ, ਅਗਲਾ ਕੁਐਸਚਨ ਹੈ ਆਪਣੇ ਕੋਲੇ 60:72, 60:72। ਹਾਂਜੀ, ਇਹਨੂੰ ਆਪਾਂ ਲਿਖ ਲਓ 60/72 ਲਿਖ ਲਿਆ। ਸੋਚੋ ਜੀ ਟੇਬਲ ਕਿਸ 'ਤੇ ਜਾਂਦੇ ਨੇ? ਪਹਿਲਾਂ 2 ਦੇ ਪਹਾੜੇ 'ਤੇ ਘਟਾ ਲਓ। 2 ਦੇ ਪਹਾੜੇ 'ਤੇ 60 ਆਉਂਦਾ ਜੀ 30 'ਤੇ, ਅਤੇ 72 ਆਉਂਦਾ 36 'ਤੇ। ਕਿਵੇਂ ਪਤਾ ਲੱਗਦਾ ਬੇਟਾ? ਦੇਖੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਨਾ, ਇੱਦਾਂ ਡਿਵਾਈਡ ਕਰ ਲਿਆ ਕਰੋ। ਤਾਂ 2 ਤੀਏ 6, ਉੱਪਰੋਂ ਤਾਰੀ 0 'ਤੇ ਹੀ ਜਾਊਗਾ, ਇਹ ਖਤਮ ਹੋ ਜਾਊਗਾ, ਠੀਕ ਹੈ। 30 ਆ ਗਿਆ,
72 ਨੂੰ ਡਿਵਾਈਡ ਕਰੋਗੇ ਤਾਂ ਉਹ ਆ ਜਾਊਗਾ ਤੁਹਾਡੇ ਕੋਲੇ 36। 30 ਤੇ 36 ਕਿਹੜੇ ਪਹਾੜੇ ਤੇ ਜਾਂਦੇ ਨੇ? ਹਾਂਜੀ, ਇਹ 6 ਦੇ ਪਹਾੜੇ ਤੇ ਵੀ ਆ ਰਹੇ ਨੇ। ਠੀਕ ਹੈ, 6 5 30, ਛਿਕਮ ਛਿਕੀ 36। ਤਾਂ ਕਿੰਨਾ ਆਂਸਰ ਆ ਜਾਊਗਾ ਆਪਣੇ ਕੋਲੇ? 5:6। ਤਾਂ ਬੇਟਾ ਜੇ ਤੁਹਾਨੂੰ 12 ਦਾ ਪਹਾੜਾ ਆਉਂਦਾ ਤਾਂ ਫਿਰ ਬਿਲਕੁਲ ਈਜ਼ੀ ਹੈ। 12 5 60, 12 6 72, ਇੱਕ ਵਾਰੀ 'ਚ ਕੱਟਿਆ ਜਾਊਗਾ ਤੇ ਤੁਹਾਡਾ ਆਂਸਰ ਆ ਜਾਏਗਾ। ਨੈਕਸਟ ਕੁਐਸਚਨ ਦੇਖੀਏ ਜੀ। 375 ਦਾ ਅਨੁਪਾਤ 125 ਨਾਲ। 375 125, ਤਾਂ ਇਹਨੂੰ ਓਵਰਾਂ 'ਚ ਲਿਖ ਲਓ। ਦੋਨਾਂ ਦੇ ਪਿਛਲਾ ਅੰਕ ਹੈ ਜਿਹੜਾ ਇਕਾਈ ਦਾ ਉਹ 5 ਹੈ, ਤਾਂ ਇਹ 5 ਦੇ ਪਹਾੜੇ ਤੇ ਤਾਂ ਜਾਣਗੇ ਹੀ ਜਾਣਗੇ। ਤਾਂ 5 ਨਾਲ ਡਿਵਾਈਡ ਕਰੋ। ਹਾਂਜੀ, 1 5 375 ਸੀ ਨਾ, ਤਾਂ 37 ਹੈ, ਕਿੰਨੇ ਦੇ ਜਾਊਗਾ ਜੀ? 7 5 35। ਇੱਥੇ 375 ਲਿਖਣਾ ਸੀ। 7 5 35, 7 ਚੋਂ 5 ਗਏ 2, ਉੱਪਰੋਂ ਉਤਾਰਿਆ ਜੀ 5। ਹੁਣ ਕਿੰਨੇ ਤੇ ਜਾਊਗਾ? 5 5 25। ਠੀਕ ਹੈ, ਆਈ ਤੁਸੀਂ 125 ਨੂੰ ਡਿਵਾਈਡ ਕਰ ਲਓ 5 ਨਾਲ। 5 ਦੂਣੀ 10, ਸਬਟਰੈਕਟ ਕਰਾਂਗੇ 2, ਉੱਪਰੋਂ ਉਤਾਰਿਆ 5, 5 5 25। ਠੀਕ ਹੈ, ਤਾਂ ਮੈਂ 5 ਦੇ ਪਹਾੜੇ ਤੇ ਕਟਾ ਲਏ। ਇਹਨੂੰ ਕੱਟ ਕੇ ਆਇਆ ਆਪਣੇ ਕੋਲੇ ਅੰਸ਼ ਨੂੰ 75 ਤੇ ਹਰ ਨੂੰ 25। ਤਾਂ ਬੇਟਾ ਹੁਣ ਜੇ ਤੁਹਾਨੂੰ 25 ਦਾ ਟੇਬਲ ਆਉਂਦਾ ਫਿਰ ਤਾਂ ਸਮ ਸੌਖਾ ਹੋ ਗਿਆ ਹੈ ਨਾ। ਕਿੱਦਾਂ? 25 30 75 ਹੁੰਦਾ, ਤਾਂ ਆਪਣਾ ਆਨਸਰ ਆ ਜਾਊਗਾ 3:1। ਜੇ ਐਟ ਏ ਟਾਈਮ ਤੁਹਾਨੂੰ 25 ਦਾ ਟੇਬਲ ਯਾਦ ਨਹੀਂ ਆਉਂਦਾ ਤੁਸੀਂ 5 5 ਤੇ ਹੋਰ ਕਟਾ ਸਕਦੇ ਹੋ। ਠੀਕ ਹੈ, ਤਾਂ ਆਪਣਾ ਆਨਸਰ ਆ ਗਿਆ ਬੇਟਾ 3:1। ਹਾਂਜੀ, ਅਗਲਾ ਕੁਐਸਚਨ ਹੈ, ਦੇਖੋ ਅਨੁਪਾਤ ਨੂੰ ਸਰਲਤਮ ਰੂਪ ਵਿੱਚ ਬਦਲੋ। ਇਹ ਵੀ ਸੇਮ ਹੀ ਹੈ ਫਿਰ ਵੀ ਅਨੁਪਾਤ ਬਣਾਉਣੇ ਨੇ ਉਹਨਾਂ ਨੂੰ ਉਹਦੇ ਸਰਲ ਰੂਪ ਦੇ ਵਿੱਚ ਲਿਖਣਾ। ਇੰਗਲਿਸ਼ 'ਚ ਕੀ ਲਿਖਿਆ ਹੋਇਆ? ਰਾਈਟ ਦਾ ਰੇਸ਼ੋ ਇਨ ਦਾ ਸਿੰਪਲੈਸਟ ਫੋਰਮ। ਹੁਣ ਬੇਟਾ ਇਹਦਾ ਫਸਟ ਕੁਐਸਚਨ ਨਾਲ ਡਿਫਰੈਂਸ ਕੀ ਹੈ ਕਿ ਇਹਦੇ ਵਿੱਚ ਜਿਵੇਂ ਥਰਡ ਕੁਐਸਚਨ 'ਚ ਦੇਖੋ ਫਸਟ ਤੇ ਸੈਕਿੰਡ ਤਾਂ ਸੇਮ ਹੈ। ਥਰਡ ਦੇ ਵਿੱਚ ਇੱਕ ਤਾਂ ਪੈਸੇ ਨੇ ਬੇਟਾ, 1 ਰੁਪਏ ਨੇ। ਫੋਰਥ ਦੇ ਵਿੱਚ ਇੱਕ ਪਾਸੇ ਤਾਂ ਘੰਟੇ ਨੇ, ਇੱਕ ਪਾਸੇ ਮਿੰਟ ਨੇ। ਫਿਫਥ ਕੁਐਸਚਨ 'ਚ ਇੱਕ ਪਾਸੇ ਕੇਜੀ ਨੇ ਕਿਲੋਗ੍ਰਾਮ ਤੇ ਦੂਜੇ ਪਾਸੇ ਗ੍ਰਾਮ। ਤਾਂ ਬੇਟਾ ਆਪਾਂ ਨੇ ਹੁਣੀ ਪੜ੍ਹਿਆ ਸੀ ਕਿ ਜਿਹੜਾ ਅਨੁਪਾਤ ਹੈ ਉਹ ਸੇਮ ਯੂਨਿਟਸ ਦੇ ਵਿੱਚ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ। ਮਤਲਬ ਜਿਨ੍ਹਾਂ ਦੋ ਚੀਜ਼ਾਂ ਦੇ ਵਿੱਚ ਆਪਾਂ ਤੁਲਨਾ ਕਰ ਰਹੇ ਹਾਂ ਉਹ ਸੇਮ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ, ਜੇ ਪੈਸੇ ਨੇ ਤਾਂ ਪੈਸੇ ਹੀ ਹੋਣ, ਰੁਪਏ ਨੇ ਤਾਂ ਰੁਪਏ ਹੀ ਹੋਣ, ਕਿਲੋਗ੍ਰਾਮ ਹੈ ਤਾਂ ਕਿਲੋਗ੍ਰਾਮ ਹੀ ਹੋਵੇ। ਠੀਕ ਹੈ, ਹੁਣ ਮੈਂ ਪਹਿਲਾਂ ਇਹ ਰਕਮਾਂ ਲਿਖ ਲਵਾਂ ਫਿਰ ਆਪਾਂ ਸਮ ਕਰਨਾ ਸ਼ੁਰੂ ਕਰਦੇ ਹਾਂ। ਹਾਂਜੀ ਬੇਟਾ ਦੇਖੋ ਮੈਂ 2-3 ਰਕਮਾਂ ਲਿਖ ਲਈਆਂ ਨੇ, ਹੁਣ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ। ਦੂਜੇ ਦਾ ਜਿਹੜਾ ਪਹਿਲਾ ਕੁਐਸਚਨ ਹੈ ਆਪਾਂ ਰੇਸ਼ੋ ਫਾਈਂਡ ਕਰਨੀ ਹੈ 20 ਰੁਪਏ ਦੀ 55 ਰੁਪਏ ਨਾਲ। ਤਾਂ ਇਹ ਤਾਂ ਸੇਮ ਹੀ ਨੇ ਨਾ, ਇਹਦੇ ਇਕਾਈਆਂ ਉਹ ਵੀ ਰੁਪਏ ਨੇ ਉਹ ਵੀ ਰੁਪਏ ਨੇ, ਤਾਂ ਇਹਦਾ ਮਤਲਬ ਆਪਾਂ ਇਹਨੂੰ ਸਿੱਧਾ ਲਿਖ ਸਕਦੇ ਹਾਂ 20:55। ਤੇ ਇਹਨੂੰ ਆਪਾਂ ਹੁਣ ਬਟਿਆਂ 'ਚ ਲਿਖਾਂਗੇ, ਓਵਰਾਂ 'ਚ ਲਿਖਾਂਗੇ ਤੇ ਕਟਾ ਲਾਂਗੇ। ਇੱਕ ਦੇ ਪਿੱਛੇ 0 ਡਿਜਿਟ ਹੈ, ਦੂਜੇ ਦੇ ਪਿੱਛੇ 5 ਹੈ, ਤਾਂ ਇਹ 5 ਦੇ ਪਹਾੜੇ ਤੇ ਜਾਣਗੇ ਹੀ ਜਾਣਗੇ। ਕਟਾ ਲਓ ਬੇਟਾ। 5 ਚੌਕਾ ਤਾਂ 20 ਹੋ ਗਿਆ, 11 5 55 ਹੋ ਗਿਆ। ਤਾਂ ਆਪਣਾ ਆਨਸਰ ਕੀ ਆ ਜਾਊਗਾ? 4:11। ਠੀਕ ਹੈ, ਨੈਕਸਟ ਕੁਐਸਚਨ ਦੇਖੋ। 18 ਮੀਟਰ ਦਾ 63 ਮੀਟਰ ਨਾਲ, ਇਹ ਵੀ ਮੀਟਰ ਹੈ ਬੇਟਾ ਇਹ ਵੀ ਮੀਟਰ ਹੈ, ਤਾਂ ਇਹਨਾਂ ਦਾ ਵੀ ਆਪਾਂ ਅਨੁਪਾਤ ਕੱਢ ਸਕਦੇ ਹਾਂ। ਕੁਛ ਵੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਪਊਗੀ। 18/63 ਲਿਖ ਲਿਆ। ਕਿਹੜੇ ਪਹਾੜੇ ਤੇ ਜਾ ਰਹੇ ਨੇ ਵੀ? ਸਭ ਤੋਂ ਵੱਡਾ ਪਹਾੜਾ ਸੋਚਿਓ। ਹਾਂਜੀ, 9 ਦੇ ਪਹਾੜੇ ਤੇ ਜਾ ਰਹੇ ਨੇ। 9 ਦੂਣੀ 18, 9 7 63। ਤਾਂ ਆਪਣਾ ਆਨਸਰ ਕਿੰਨਾ ਆ ਜਾਊਗਾ? 2:60। ਇਹ ਆਨਸਰ ਹੈ। ਹੁਣ ਜਿਹੜਾ ਨੈਕਸਟ ਕੁਐਸਚਨ ਹੈ ਬੇਟੇ ਉਹਦੇ ਵਿੱਚ ਹੈਗਾ 40 ਪੈਸੇ ਦਾ 2 ਰੁਪਏ ਨਾਲ। ਇਹ ਪੈਸੇ ਨੇ ਇਹ ਰੁਪਏ ਨੇ, ਤਾਂ ਇੱਥੇ ਆਪਾਂ ਇਹਨਾਂ ਦੀ ਤੁਲਨਾ ਨਹੀਂ ਕਰ ਸਕਦੇ ਜਦ ਤੱਕ ਇਹਨਾਂ ਨੂੰ ਬਰਾਬਰ ਨਹੀਂ ਕਰਾਂਗੇ। ਠੀਕ ਹੈ, ਤਾਂ ਹੁਣ ਦੇਖੋ ਬੇਟਾ 1 ਰੁਪਏ ਦੇ ਵਿੱਚ ਕਿੰਨੇ ਪੈਸੇ ਹੁੰਦੇ ਨੇ? 100 ਪੈਸੇ ਹੁੰਦੇ ਨੇ। ਠੀਕ ਹੈ, ਤੁਹਾਡੇ ਕੋਲ ਕਿੰਨੇ ਰੁਪਏ ਨੇ? 2 ਰੁਪਏ ਨੇ, ਤਾਂ 2 ਰੁਪਿਆਂ ਦੇ ਵਿੱਚ ਕਿੰਨੇ ਪੈਸੇ ਹੋਣਗੇ? 2 × 100 ਪੈਸੇ। ਕਿੰਨੇ ਪੈਸੇ ਹੋਣਗੇ ਇੱਥੇ ਆਪਣੇ ਕੋਲੇ? 200 ਪੈਸੇ। ਠੀਕ ਹੈ ਜੀ, ਹੁਣ ਦੋਨੋਂ ਚੀਜ਼ਾਂ ਆਪਾਂ ਪੈਸਿਆਂ 'ਚ ਬਦਲ ਲਿੱਤੀਆਂ ਨੇ, ਹੁਣ ਆਪਾਂ ਇਹਨਾਂ ਦੀ ਰੇਸ਼ੋ ਕੱਢਦੇ ਹਾਂ। 40:200। ਠੀਕ ਹੈ, ਪਹਿਲਾ ਰਕਮ 40 ਸੀ, ਦੂਜੀ ਨੂੰ ਆਪਾਂ ਹੁਣੀ 200 ਬਣਾ ਲਿਆ। ਬਟਿਆਂ 'ਚ ਲਿਖਦੇ ਹਾਂ ਜੀ 40/200। ਤਾਂ ਪਿਛਲੀ 0 ਨਾਲ ਕੈਂਸਲ ਹੋ ਗਈ। 4 ਦੇ ਪਹਾੜੇ ਤੇ ਦੇਖੋ 20 ਆਂਦਾ ਹੁੰਦਾ, 4 5 20। ਅੰਸ਼ 'ਚ ਆਪਣੇ ਕੋਲ ਬਚਿਆ 1, ਹਰ ਦੇ ਵਿੱਚ ਆਪਣੇ ਕੋਲ ਬਚਿਆ 5, ਤਾਂ ਅਨੁਪਾਤ ਬਣ ਗਿਆ 1:5।
ਤਾਂ ਦੇਖੋ ਇਹ ਤੁਹਾਨੂੰ ਕੁਐਸਚਨ ਸਮਝ ਆ ਗਿਆ ਬੇਟਾ ਸਾਰਿਆਂ ਨੂੰ। ਇੱਕ ਵਾਰ ਦੁਬਾਰਾ ਇਹਨੂੰ ਸੋਲਵ ਕਰਕੇ ਜ਼ਰੂਰ ਦੇਖਣਾ, ਐਵੇਂ ਦੇਖ ਕੇ ਵੀਡੀਓ ਨਹੀਂ ਛੱਡ ਦੇਣਾ, ਫਿਰ ਸਮਝ ਨਹੀਂ ਆਏਗਾ। ਇਹਨੂੰ ਕਾਪੀ 'ਤੇ ਸੋਲਵ ਵੀ ਕਰਕੇ ਦੇਖਣਾ। ਤਾਂ ਇੱਕ ਪਾਸੇ ਸੀਗੇ ਬੇਟੇ ਆਪਣੇ ਕੋਲੇ ਪੈਸੇ, ਦੂਜੇ ਪਾਸੇ ਸੀਗੇ ਰੁਪਏ। ਤਾਂ ਯੂਨਿਟ ਸੇਮ ਨਹੀਂ ਸੀ। ਪਹਿਲਾਂ ਆਪਾਂ 2 ਰੁਪਇਆਂ ਦੇ ਵੀ ਪੈਸੇ ਬਣਾ ਲਏ, 200 ਪੈਸੇ ਬਣ ਗਏ। ਫਿਰ ਆਪਾਂ ਦੋਨੋਂ ਰਕਮਾਂ ਦੀ ਤੁਲਨਾ ਕਰ ਲਿੱਤੀ। ਠੀਕ ਹੈ ਬੇਟਾ। ਹਾਂਜੀ ਦੇਖੋ 1 ਘੰਟੇ ਦਾ ਅਗਲਾ ਕੁਐਸਚਨ ਹੈ 36 ਮਿੰਟਾਂ ਨਾਲ। ਤਾਂ ਬੇਟਾ ਇਹ ਵੀ ਯੂਨਿਟ ਹੈ ਜਿਹੜੀ ਉਹ ਸੇਮ ਨਹੀਂ ਹੈਗੀ। ਠੀਕ ਹੈ, ਹੁਣ ਆਪਾਂ ਨੂੰ ਇਹਨੂੰ ਸੇਮ ਕਰਨਾ ਪੈਣਾ। 1 ਘੰਟਾ ਹੈ, ਇੱਧਰ ਆਪਣੇ ਕੋਲੇ 36 ਮਿੰਟ ਨੇ। ਤਾਂ 1 ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਨੇ ਬੇਟਾ? 1 ਘੰਟੇ ਵਿੱਚ ਕਿੰਨੇ ਮਿੰਟ ਨੇ? 60 ਮਿੰਟ। ਇੰਗਲਿਸ਼ 'ਚ ਕਿਵੇਂ ਲਿਖੋਗੇ? 1 ਆਰ ਇਜ਼ ਇਕੁਅਲ ਟੂ 60 ਮਿੰਟ। ਤਾਂ ਆਪਣੇ ਕੋਲ ਤਾਂ ਹੈ ਹੀ 1 ਘੰਟਾ, ਤਾਂ ਆਪਣੀ ਤਾਂ ਰੇਸ਼ੋ ਬਣ ਗਈ। ਕੀ ਬਣ ਗਈ ਬੇਟਾ? 60:36। ਇੱਧਰੋਂ 60 ਵੀ ਮਿੰਟ ਨੇ ਆਪਣੇ ਕੋਲੇ ਅਤੇ 36 ਵੀ ਮਿੰਟ ਨੇ। ਠੀਕ ਹੈ, ਹੁਣ ਜਦੋਂ ਰੇਸ਼ੋ ਬਣ ਗਈ ਇਹਨੂੰ ਓਵਰਾਂ 'ਚ ਲਿਖਾਂਗੇ ਅਤੇ ਘਟਾ ਲਾਂਗੇ। ਦੇਖੋ ਇਹ ਬਣੂਗਾ 60/36। ਦੋਨਾਂ ਦੇ ਪਿੱਛੇ ਦੇਖੋ 0 ਹੈ, ਪਰ ਜੇ 12 ਦਾ ਪਹਾੜਾ ਆਉਂਦਾ ਫਿਰ ਬਹੁਤ ਈਜ਼ੀ ਹੈ। 12 ਤੀਆ 36, 12 ਪੰਜਾ 60। ਆਪਣਾ ਸਿੱਧਾ ਆਨਸਰ ਆ ਗਿਆ 5:3। ਅੱਛਾ, ਜੇ ਆਪਾਂ ਨੂੰ ਟੇਬਲ ਨਹੀਂ ਆ ਰਿਹਾ ਫਿਰ ਦੇਖੋ, ਫਿਰ ਆਪਾਂ 2 ਦੇ ਟੇਬਲ 'ਤੇ ਘਟਾਉਣਾ ਸ਼ੁਰੂ ਕਰ ਦਿਓ। 60/36 ਸੀ, 2 ਦੇ ਟੇਬਲ 'ਤੇ ਘਟਾ ਲਓ। ਇੱਥੇ ਆਊਗਾ 30, ਇੱਥੇ ਆ ਜਾਏਗਾ ਆਪਣੇ ਕੋਲੇ 18। ਫਿਰ 2 ਦੇ ਟੇਬਲ 'ਤੇ ਘਟਾ ਲਓ 15, 9। ਹੁਣ 15 ਅਤੇ 9 3 ਦੇ ਟੇਬਲ 'ਤੇ ਜਾਣਗੇ। ਦੇਖੋ ਆਨਸਰ ਫਿਰ ਵੀ ਓਨਾ ਹੀ ਆਏਗਾ। ਠੀਕ ਹੈ, ਤਾਂ ਇਸ ਕਰਕੇ ਥੋੜ੍ਹਾ ਵੱਡਾ ਟੇਬਲ ਯਾਦ ਕਰਨ ਦੀ ਕੋਸ਼ਿਸ਼ ਕਰ ਲਿਆ ਕਰੋ। ਇਹਦਾ ਆਨਸਰ ਆ ਗਿਆ ਬੇਟਾ ਆਪਣੇ ਕੋਲੇ 5:3। ਦੂਜੇ ਕੁਐਸਚਨ ਦਾ ਲਾਸਟ ਪਾਰਟ ਦੇਖੋ। 5 ਕਿਲੋਗ੍ਰਾਮ ਦਾ 1200 ਗ੍ਰਾਮ ਨਾਲ। ਤਾਂ ਕਿਲੋਗ੍ਰਾਮ ਅਤੇ ਗ੍ਰਾਮ ਫਿਰ ਇਹ ਸੇਮ ਯੂਨਿਟ ਨਹੀਂ ਹੈਗੀ, ਆਪਾਂ ਨੂੰ ਬਣਾਉਣੀ ਪੈਣੀ ਹੈ। ਦੇਖੋ 1 kg, ਤਾਂ 1 kg ਦੇ ਵਿੱਚ ਗ੍ਰਾਮ ਕਿੰਨੇ ਹੁੰਦੇ ਨੇ? ਤੁਹਾਨੂੰ ਪਤਾ ਹੈ 1000 ਗ੍ਰਾਮ ਹੁੰਦੇ ਨੇ। ਠੀਕ ਹੈ, 1 ਕਿਲੋ 'ਚ ਕਿੰਨੇ ਗ੍ਰਾਮ ਨੇ? 1000 ਗ੍ਰਾਮ। ਤੁਹਾਡੇ ਕੋਲ ਕਿੰਨੇ ਕਿਲੋ ਨੇ? 5 ਕਿਲੋ। ਤਾਂ ਕੀ 5 ਕਿਲੋ ਦੇ ਵਿੱਚ 1 ਕਿਲੋ ਨਾਲੋਂ ਜ਼ਿਆਦਾ ਹੋਣਗੇ ਕਿ ਘੱਟ ਹੋਣਗੇ? ਜ਼ਿਆਦਾ ਹੋਣਗੇ। ਤਾਂ ਇਹਨੂੰ 5 ਨਾਲ ਮਲਟੀਪਲਾਈ ਕਰ ਲਓ। ਤਾਂ ਇਹ ਬਣ ਗਏ ਬੇਟਾ ਆਪਣੇ ਕੋਲੇ 5000 ਗ੍ਰਾਮ। ਹੁਣ ਆਪਣੀ ਜਿਹੜੀ ਯੂਨਿਟਸ ਸੀਗੀਆਂ ਉਹ ਸੇਮ ਹੋ ਚੁੱਕੀਆਂ ਨੇ। ਹੁਣ ਇਹਦਾ ਆਪਾਂ ਰੇਸ਼ੋ ਕੱਢਦੇ ਹਾਂ। ਪਹਿਲਾਂ 5 ਕਿਲੋ ਸੀ ਨਾ, ਤਾਂ ਪਹਿਲਾਂ 5000 ਲਿਖਿਆ ਜਾਊਗਾ। ਫਿਰ ਰੇਸ਼ੋ ਦਾ ਸਾਈਨ ਹੈ, ਫਿਰ 1200 ਗ੍ਰਾਮ ਹੈ। 2 ਜ਼ੀਰੋਆਂ ਪਿਛਲੀਆਂ 2 ਜ਼ੀਰੋਆਂ ਨਾਲ ਕੱਟ ਗਈਆਂ। ਆਪਣੇ ਕੋਲ ਰਹਿ ਗਿਆ 50:12। ਇਹਨੂੰ 2 ਦੇ ਟੇਬਲ 'ਤੇ ਘਟਾ ਲਓ। ਠੀਕ ਹੈ, 2 ਦੇ ਟੇਬਲ 'ਤੇ ਘਟਾ ਲਿਆ ਤਾਂ ਆ ਗਿਆ 25:6। 25 ਅਤੇ 6 ਹੁਣ ਬੇਟਾ ਅੱਗੇ ਕਿਸੇ ਟੇਬਲ 'ਤੇ ਨਹੀਂ ਕੱਟਦੇ, ਇਹਨਾਂ 'ਚ ਕੋਈ ਕਾਮਨ ਨਹੀਂ ਹੈਗਾ। ਤਾਂ ਆਪਣਾ ਆਨਸਰ ਆ ਜਾਊਗਾ 25:6, 25:6। ਹਾਂਜੀ ਬੇਟਾ, ਤੀਜੇ ਕੁਐਸਚਨ 'ਤੇ ਆ ਗਏ। ਮੈਂ ਰਕਮਾਂ ਲਿਖ ਲਈਆਂ ਨੇ ਤੁਹਾਡੀ ਸਹੂਲਤ ਲਈ ਪਹਿਲਾਂ ਹੀ। ਤਾਂ ਦੇਖੋ 3rd ਦਾ ਫਸਟ ਕੁਐਸਚਨ ਹੈ 2 ਸਾਲ ਰੇਸ਼ੋ 14 ਮਹੀਨੇ। ਠੀਕ ਹੈ, ਤਾਂ ਇਹਦੇ ਵਿੱਚ ਵੀ ਜਿਹੜੀ ਯੂਨਿਟ ਹੈ ਇੱਧਰ ਸਾਲ ਹੈ, ਇੱਧਰ ਹੈਗੇ ਨੇ ਮਹੀਨੇ। ਤਾਂ ਇਹ ਸੇਮ ਨਹੀਂ ਹੈਗੀ, ਤਾਂ ਪਹਿਲਾਂ ਆਪਾਂ ਨੂੰ ਇਹਨੂੰ ਸੇਮ ਕਰਨਾ ਪੈਣਾ। ਤਾਂ ਦੇਖੋ ਬੇਟਾ ਇਹਨੂੰ ਸੋਲਵ ਕਰਦੇ ਹਾਂ। 1 ਸਾਲ, ਤੁਹਾਨੂੰ ਪਤਾ ਹੈ 1 ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਨੇ? 12। ਅਤੇ ਆਪਣੇ ਕੋਲ ਕਿੰਨੇ ਸਾਲ ਨੇ? 2 ਸਾਲ। ਇੰਗਲਿਸ਼ ਮੀਡੀਅਮ ਵਾਲੇ ਇੱਥੇ ਸਾਲ ਦੀ ਥਾਂ 'ਤੇ ਈਅਰ ਲਿਖ ਲਿਓ। ਠੀਕ ਹੈ, 2 ਸਾਲਾਂ ਦੇ ਵਿੱਚ ਕਿੰਨੇ ਮਹੀਨੇ ਹੋ ਜਾਣਗੇ ਜੀ? 12 ਦੂਣਾ 24 ਮਹੀਨੇ। ਠੀਕ ਹੈ, ਮਹੀਨੇ ਦੀ ਥਾਂ 'ਤੇ ਤੁਸੀਂ ਮੰਥ ਲਿਖ ਲੈਣਾ। ਤਾਂ ਹੁਣ ਇਹ ਬਣ ਚੁੱਕੇ ਨੇ ਜੀ, ਦੋਨੋਂ ਰੇਸ਼ੋ ਸੇਮ ਹੋ ਚੁੱਕੀ ਹੈ। ਜਿਹੜਾ ਯੂਨਿਟ ਹੈ ਹਾਂਜੀ, ਤਾਂ ਇੱਧਰ ਆ ਜਾਏਗਾ ਬੇਟਾ ਆਪਣੇ ਕੋਲੇ 2 ਸਾਲ ਸੀਗੇ ਤਾਂ 24 ਮਹੀਨੇ ਬਣ ਗਏ, ਅਤੇ ਇੱਧਰ ਆਪਣੇ ਕੋਲ ਹੈਗੇ ਨੇ 14 ਮਹੀਨੇ। ਰੇਸ਼ੋ ਹੋ ਚੁੱਕੀ ਹੈ। ਇਹਨੂੰ ਹੁਣ ਆਪਾਂ ਓਵਰਾਂ ਦੇ ਵਿੱਚ ਲਿਖਦੇ ਹਾਂ ਅਤੇ ਘਟਾਉਂਦੇ ਹਾਂ, ਸਰਲ ਰੂਪ ਵਿੱਚ ਲਿਖਦੇ ਹਾਂ। ਹਾਂਜੀ, ਦੋਨਾਂ ਦੇ ਪਿਛਲਾ ਅੰਕ ਜਿਹੜਾ ਇਕਾਈ ਦਾ ਹੈ ਉਹ 4 ਹੈ। 2 ਦੇ ਪਹਾੜੇ 'ਤੇ ਤਾਂ ਇਹਨੇ ਜਾਣਾ ਹੀ ਹੈ। 24 ਕਿੰਨੇ 'ਤੇ ਆਊਗਾ? 2 ਦੇ ਪਹਾੜੇ 'ਤੇ 12 'ਤੇ, ਅਤੇ 14 ਕਿੱਥੇ ਆਊਗਾ? 7 'ਤੇ। ਅਤੇ ਆਪਣੀ ਰੇਸ਼ੋ ਆ ਜਾਏਗੀ ਬੇਟੇ 12:7। ਇਹ ਹੋਰ ਮੈਂ ਕਿਉਂ ਨਹੀਂ ਘਟਾ ਰਹੀ? ਕਿਉਂਕਿ 12 ਅਤੇ 7 ਹੋਰ ਕਿਸੇ ਟੇਬਲ 'ਤੇ ਇਕੱਠੇ ਨਹੀਂ ਆਉਂਦੇ। ਠੀਕ ਹੈ ਬੇਟਾ, ਸਮਝ ਆ ਗਿਆ ਇਹ ਕੁਐਸਚਨ। ਨੈਕਸਟ ਦੇਖੋ, ਨੈਕਸਟ ਵਿੱਚ ਹੈ 28 ਮਿੰਟ 2 ਘੰਟੇ। ਹੁਣ ਇਹ ਵੀ ਯੂਨਿਟ ਜਿਹੜੀ ਹੈ ਉਹ ਸੇਮ ਨਹੀਂ ਹੈ, ਆਪਾਂ ਇਹਨੂੰ ਸੇਮ ਕਰਦੇ ਹਾਂ। ਤਾਂ 1 ਘੰਟੇ ਦੇ ਵਿੱਚ ਬੇਟਾ ਕਿੰਨੇ ਮਿੰਟ ਹੁੰਦੇ ਨੇ? 60 ਮਿੰਟ। ਆਪਣੇ ਕੋਲ ਕਿੰਨੇ ਘੰਟੇ ਨੇ? 2। ਤਾਂ 2 ਘੰਟਿਆਂ ਦੇ ਵਿੱਚ ਕਿੰਨੇ ਮਿੰਟ ਹੋ ਜਾਣਗੇ? 2 × 60 ਮਿੰਟ। ਜ਼ਿਆਦਾ ਹੋਣਗੇ ਨਾ, ਤਾਂ ਇਹ ਆ ਗਿਆ 6 ਦੂਣੀ 12, 120 ਮਿੰਟ।
ਲਓ ਜੀ ਹੁਣ ਆਪਣੀ ਜਿਹੜੀ ਰਕਮ ਹੈ ਉਹ ਦੋਨੋਂ ਮਿੰਟਾਂ ਦੇ ਵਿੱਚ ਚੇਂਜ ਹੋ ਚੁੱਕੀ ਹੈ। 28 ਸੀ, ਫਿਰ ਰੇਸ਼ੋ ਆਪਾਂ ਕਿੰਨਾ ਬਣਾ ਲਿਆ 2 ਘੰਟਿਆਂ ਨੂੰ 120 ਮਿੰਟ। ਠੀਕ ਹੈ, ਤਾਂ ਇਹਨੂੰ ਹੁਣ ਓਵਰਾਂ 'ਚ ਲਿਖੋ, ਉੱਤੇ ਘਟਾ ਲਓ। ਹਾਂਜੀ 28 ਤੇ 120 ਕਿਸੇ ਟੇਬਲ ਤੇ ਇਕੱਠੇ ਤੁਹਾਨੂੰ ਜਾਂਦੇ ਦਿਖਦੇ ਨੇ? ਕੋਈ ਵੱਡਾ ਟੇਬਲ ਸੋਚ ਲਓ, ਜੇ ਨਹੀਂ ਸੁੱਝ ਰਿਹਾ ਤਾਂ 2-2 ਦੇ ਟੇਬਲ ਤੇ ਘਟਾਉਣਾ ਸ਼ੁਰੂ ਕਰ ਦਿਓ। ਇੱਥੇ 2 ਦੇ ਟੇਬਲ ਤੇ ਭਾਗ ਕਰਾਂਗੇ, ਆਪਣੇ ਕੋਲ ਆਨਸਰ ਆਊਗਾ 14, ਇੱਥੇ ਆਨਸਰ ਆ ਜਾਊਗਾ 60। 14/60 ਰਹਿ ਗਿਆ। ਠੀਕ ਹੈ, ਹੁਣ ਇਹ ਫੇਰ 2 ਦੇ ਟੇਬਲ ਤੇ ਜਾਂਦੇ ਨੇ। 14 ਕਿੱਥੇ ਆਉਂਦਾ 2 ਦੇ ਟੇਬਲ ਤੇ? 7 ਤੇ 60 ਕਿੱਥੇ ਆਉਂਦਾ 30 ਤੇ ਫਾਈਨਲੀ ਆਪਣਾ ਆਨਸਰ ਆ ਜਾਊਗਾ ਬੇਟਾ 7:30। ਠੀਕ ਹੈ ਜੀ, ਸਮਝ ਆ ਗਿਆ ਇਹ ਕੁਐਸਚਨ। ਨੈਕਸਟ ਕਰਦੇ ਹਾਂ। ਨੈਕਸਟ ਹੈਗਾ ਬੇਟਾ ਆਪਣੇ ਕੋਲੇ 125 ਮਿਲੀਲੀਟਰ ਹੈ, ਦੂਸਰੇ ਪਾਸੇ ਆਪਣੇ ਕੋਲੇ ਲੀਟਰ ਹੈ। ਤਾਂ ਬੇਟਾ ਲੀਟਰ ਦੇ ਵਿੱਚ ਮਿਲੀਲੀਟਰ ਕਿੰਨੇ ਹੁੰਦੇ ਨੇ? 1000। ਤਾਂ ਇੱਥੋਂ ਹੀ ਆਪਾਂ ਆਪਣਾ ਸਮ ਸ਼ੁਰੂ ਕਰਦੇ ਹਾਂ। 1 ਲੀਟਰ ਹੈ ਤਾਂ ਉਹਦੇ ਵਿੱਚ ਕਿੰਨੇ ਮਿਲੀਲੀਟਰ ਹੁੰਦੇ ਨੇ? 1000 ਮਿਲੀਲੀਟਰ। ਤੁਹਾਡੇ ਕੋਲ ਹੈਗੇ ਨੇ 2 ਲੀਟਰ, ਤਾਂ 2 ਲੀਟਰਾਂ ਦੇ ਵਿੱਚ ਕਿੰਨੇ ਮਿਲੀਲੀਟਰ ਹੋਣਗੇ? 2 ਗੁਣਾ 1000 ਯਾਨੀ ਕਿ 2000 ਮਿਲੀਲੀਟਰ। ਹਾਂਜੀ ਹੁਣ ਆਪਣੀ ਜਿਹੜੀ ਰਕਮ ਹੈ ਮਿਲੀਲੀਟਰਾਂ 'ਚ ਚੇਂਜ ਹੋ ਚੁੱਕੀ ਹੈ। ਪਹਿਲਾਂ ਸੀ 125, ਫਿਰ ਰੇਸ਼ੋ 2 ਲੀਟਰਾਂ ਨੂੰ ਆਪਾਂ ਕਾਹਦੇ 'ਚ ਬਦਲਿਆ? 2000 ਮਿਲੀਲੀਟਰਾਂ 'ਚ। ਇਹਨੂੰ ਹੁਣ ਓਵਰਾਂ 'ਚ ਲਿਖੋ। ਹਾਂਜੀ 5 ਦੇ ਪਹਾੜੇ ਤੇ ਕਟਾ ਲਓ। 5 ਦੂਣੀ 10 ਤੇ 5 5 25, 5 ਚੌਕਾ 20 ਨਾਲ 2 ਜ਼ੀਰੋਆਂ। ਹੁਣ 25 ਤੇ 400, ਫਿਰ ਇਹਨੂੰ 5 ਦੇ ਪਹਾੜੇ ਤੇ ਕਟਾ ਲਓ। 5 5 25, ਇੱਥੇ ਆਊਗਾ ਜੀ 8 5 40। ਹੁਣ 5 ਦੇ ਪਹਾੜੇ ਤੇ ਫਿਰ 80 ਨੂੰ ਕਟਾ ਲਓ। 1 5 5 30 ਬਚੂਗਾ 6 5 30। ਤਾਂ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ? 1:16। ਤਾਂ ਕਟਾਉਣਾ ਕਿਵੇਂ ਹੈ ਬੇਟੇ? ਜੇ ਇਸ ਗੱਲ 'ਚ ਪ੍ਰੋਬਲਮ ਆ ਰਹੀ ਹੈ ਆਪਾਂ ਤੁਹਾਨੂੰ ਦੱਸਦੇ ਹਾਂ। 125 ਨੂੰ ਦੇਖੋ ਮੈਂ 5 ਨਾਲ ਡਿਵਾਈਡ ਕੀਤਾ, 5 ਦੂਣੀ 10, ਬਚਿਆ ਕਿੰਨਾ? 2, ਉੱਪਰੋਂ ਕਿੰਨਾ ਤਾਰਿਆ? 5, ਤਾਂ 5 5 25। ਤਾਂ ਇਸ ਕਰਕੇ 5 ਦੇ ਟੇਬਲ ਤੇ 125 ਆ ਰਿਹਾ ਹੈ 25 ਤੇ। ਠੀਕ ਹੈ, ਤਾਂ ਡਿਵਾਈਡ ਕਰਕੇ ਦੇਖ ਲੈਣਾ ਬੇਟਾ। ਹਾਂਜੀ ਲਾਸਟ ਆਪਣੇ ਕੋਲੇ ਕੁਐਸਚਨ ਰਹਿ ਗਿਆ, ਨਹੀਂ 2 ਰਹਿ ਗਏ। ਹਾਂਜੀ ਇਸ ਕੁਐਸਚਨ 'ਚ ਹੈ 4 ਮੀਟਰ ਨੇ 20 ਸੈਂਟੀਮੀਟਰ ਨੇ। ਤਾਂ ਹੁਣ ਇਹਨੂੰ ਮੀਟਰਾਂ ਨੂੰ ਸੈਂਟੀਮੀਟਰਾਂ 'ਚ ਬਦਲਣ ਲਈ ਤੁਹਾਨੂੰ ਇਹਦੀ ਯੂਨਿਟ ਪਤਾ ਹੋਣੀ ਚਾਹੀਦੀ ਹੈ। ਤਾਂ 1 ਮੀਟਰ ਬੇਟਾ ਕਿੰਨੇ ਸੈਂਟੀਮੀਟਰ ਦੇ ਬਰਾਬਰ ਹੁੰਦਾ? 100 ਸੈਂਟੀਮੀਟਰ ਦੇ। ਆਪਣੇ ਕੋਲ ਹੈਗੇ ਨੇ 4 ਮੀਟਰ, ਤਾਂ 4 ਮੀਟਰ ਕਿੰਨੇ ਸੈਂਟੀਮੀਟਰਾਂ ਦੇ ਬਰਾਬਰ ਹੋ ਗਏ? 400 ਸੈਂਟੀਮੀਟਰ। ਠੀਕ ਹੈ, ਪਰ ਆਪਣੇ ਕੋਲ 4 ਮੀਟਰ ਇਕੱਲੇ ਨਹੀਂ ਹੈਗੇ, 4 ਮੀਟਰ 20 ਸੈਂਟੀਮੀਟਰ ਵੀ ਨਾਲ ਹੈ। ਤਾਂ 400 ਤਾਂ ਬਣ ਹੀ ਗਏ ਸੀ, ਤਾਂ ਉਹਦੇ ਵਿੱਚ 20 ਹੋਰ ਜੋੜ ਦਾਂਗੇ, ਕਿੰਨੇ ਬਣ ਜਾਣਗੇ? 420 ਸੈਂਟੀਮੀਟਰ। 1 ਮਿੰਟ ਆਪਾਂ ਇਹਨੂੰ ਥੋੜ੍ਹਾ ਜਿਹਾ ਸਹੀ ਕਰਕੇ ਲਿਖੀਏ, ਵੀ ਤੁਸੀਂ ਕਾਪੀਜ਼ 'ਤੇ ਵੀ ਨੋਟ ਕਰਨਾ ਹੋਊਗਾ ਨਾ। ਹਾਂਜੀ ਤਾਂ 4 ਮੀਟਰ 20 ਸੈਂਟੀਮੀਟਰ ਇਜ਼ ਇਕੁਅਲ ਟੂ, ਇਹ 400 ਬਣਿਆ ਸੀ, ਨਾਲ ਇਹਦੇ ਪਲੱਸ ਆਪਾਂ 20 ਕਰ ਦਾਂਗੇ। ਤਾਂ ਕਿੰਨੇ ਸੈਂਟੀਮੀਟਰ ਟੋਟਲ ਹੋ ਗਏ? 420 ਸੈਂਟੀਮੀਟਰ। ਹਾਂਜੀ ਹੁਣ ਸਮ ਕਰਦੇ ਹਾਂ। ਇੱਥੇ ਆ ਗਿਆ ਆਪਣੇ ਕੋਲੇ 420, ਰੇਸ਼ੋ ਕਿਹਦੇ ਨਾਲ ਕੱਢਣੀ ਹੈ? 80 ਨਾਲ। ਬਟਿਆਂ 'ਚ ਲਿਖ ਲਓ। ਪਿਛਲੀ 0 ਦੇ ਨਾਲ ਪਿਛਲੀ 0 ਕੈਂਸਲ ਹੋ ਗਈ। 8 ਤੇ 42 ਬੇਟਾ ਦੋਨੇ ਹੀ ਈਵਨ ਨੰਬਰ ਨੇ, ਜਿਸਤ ਨੇ ਤਾਂ 2 ਦੇ ਪਹਾੜੇ ਤੇ ਇਹ ਕੱਟਣਗੇ। 2 ਦੇ ਪਹਾੜੇ ਤੇ 8 ਕਿੱਥੇ ਆਉਂਦਾ? 4 ਤੇ 42 ਕਿੱਥੇ ਆਊਗਾ ਬੇਟਾ? 21 ਤੇ। ਤਾਂ ਹੁਣ 21 ਤੇ 4 ਕਿਸੇ ਪਹਾੜੇ ਤੇ ਨਹੀਂ ਕੱਟਣੇ, ਆਪਣਾ ਆਨਸਰ ਆ ਜਾਊਗਾ 21:4। ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਬੇਟਾ 5th ਪਾਰਟ ਹੈ ਇਹ। ਇਹਦੇ 'ਚ ਇਹਨੇ ਦਰਜਨ ਤੇ ਪੀਸ 3 ਦਰਜਨ ਦਿੱਤੇ ਨੇ ਇੱਕ ਪਾਸੇ, ਦੂਜੇ ਪਾਸੇ ਆਪਾਂ ਨੂੰ 12 ਪੀਸ ਦਿੱਤੇ ਨੇ। ਤਾਂ ਪਤਾ ਹੋਣਾ ਚਾਹੀਦਾ ਹੈ ਵੀ 1 ਡਜ਼ਨ ਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ? 12। ਆਪਣੇ ਕੋਲੇ ਕਿੰਨੇ ਡਜ਼ਨ ਨੇ? ਪੰਜਾਬੀ ਵਾਲੇ ਕੀ ਲਿਖੋਗੇ ਬੇਟਾ ਉਰੇ? ਦਰਜਨ। ਤਾਂ 3 ਦਰਜਨਾਂ ਦੇ ਵਿੱਚ ਕਿੰਨੀਆਂ ਚੀਜ਼ਾਂ ਹੋਣਗੀਆਂ? 12 ਤੀਆ 36। ਤਾਂ ਆਪਣੀ ਰੇਸ਼ੋ ਕੀ ਬਦਲ ਚੁੱਕੀ ਹੈ? 36:12। ਓਵਰਾਂ 'ਚ ਲਿਖੋ ਬੇਟਾ ਇਹਨੂੰ। ਤਾਂ 12 ਦਾ ਟੇਬਲ ਸਭ ਨੂੰ ਆਉਂਦਾ ਹੈ, ਤਾਂ 12 ਤੀਆ 36। ਤਾਂ ਆਪਣੇ ਕੋਲੇ ਕੀ ਅਨੁਪਾਤ ਆ ਗਿਆ? 3:1। ਤਾਂ ਦੇਖੋ ਬੇਟਾ ਇਸ ਐਕਸਰਸਾਈਜ਼ ਦੇ ਸਾਰੇ ਕੁਐਸਚਨਸ ਤੁਹਾਨੂੰ ਸਮਝ ਆ ਗਏ। ਇਹਨੂੰ ਇੱਕ ਵਾਰ ਬੇਟਾ ਆਪਣੀ ਕਾਪੀਜ਼ 'ਤੇ ਦੁਬਾਰਾ ਕਰਕੇ ਦੇਖ ਲੈਣਾ। ਦੁਬਾਰਾ ਫਿਰ ਕੁਝ ਨਹੀਂ ਸਮਝ ਆਉਂਦਾ
ਤਾਂ ਫਿਰ ਵੀਡੀਓ ਚਲਾ ਕੇ ਦੇਖ ਲੈਣਾ, ਇਹਨਾਂ ਦੀ ਬਹੁਤ ਜ਼ਿਆਦਾ ਪ੍ਰੈਕਟਿਸ ਕਰੋ। ਠੀਕ ਹੈ ਜੀ, ਬਾਏ ਬੱਚੇ।